ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 262 ਤੇ ਅੰਕਿਤ ਜੋ ਸੁਖਮਨੀ ਸਾਹਿਬ ਜੀ ਦੀ ਵਿਆਖਿਆ ਸ਼ੁਰੂ ਕੀਤੀ ਹੋਈ ਹੈ ਉਸਨੇ ਕੰਟੀਨਿਊ ਕਰ ਰਹੇ ਹਾਂ। हे ਸੱਚੇ ਪਾਤਸ਼ਾਹ ਜੀ, ਵਿਆਖਿਆ ਕਰਨ ਸਮੇਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋਣਗੀਆਂ। ਅਣਜਾਣ ਬੱਚੇ ਸਮਝ ਕੇ ਮੁਆਫ ਕਰਨਾ ਅਤੇ ਸ਼ੁੱਧ ਬਾਣੀ ਪੜ੍ਹਨ ਦੀ ਸੋਝੀ ਦੇਣਾ। ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। साध की महिमा वेद न जाने, जेता सुने तेता बखियाने। साध की महिमा, साधु दी महिमा वेद भी नहीं जानते। साध की महिमा वेद ना जाने, साधु दी महिमा वेद भी नहीं जानते। जेता सुने तेता बखियाने, क्योंकि जितना उन्होंने जस सुनिया है, जेता सुने जितना भी उन्होंने जस सुनिया है उन्ना ही बयान करते हैं। कि साध ਦੀ ਮਹਿਮਾ ਤਾਂ ਵੇਦਾਂ ਦੇ ਵਿੱਚ ਵੀ ਨਹੀਂ ਪਤਾ ਲੱਗਦਾ ਕਿ ਜਿੰਨਾ ਕੁ ਉਹਨਾਂ ਨੂੰ ਪਤਾ ਹੈ ਉਨਾ ਹੀ ਉਸ ਦੀ ਵਿਆਖਿਆ ਕਰਦੇ ਹਨ। ਇਸ ਅਸ਼ਟਪਦੀ ਦੀ ਇਹ ਲਾਈਨਾਂ ਨੂੰ ਵਿਆਖਿਆ ਕਰਦੀ ਇੱਕ ਸਾਖੀ ਹੈ ਇੱਕ ਰਾਜੇ ਦੀ। ਇੱਕ ਸਤਸੰਗੀ ਰਾਜਾ ਰੋਜ਼ ਮਹਾਤਮਾ ਪਾਸ ਜਾ ਕੇ ਕਥਾ ਸੁਣਦਾ ਸੀ। ਸੰਤਾਂ ਨੇ ਇੱਕ ਦਿਨ ਕਥਾ ਕਰਦਿਆਂ ਇਹ ਗੱਲ ਆਖੀ ਕਿ ਸੰਤਾਂ ਦੀ ਮਹਿਮਾ ਬਹੁਤ ਬੇਅੰਤ ਹੈ, ਉਸ ਨੂੰ ਵੇਦ ਵੀ ਨਹੀਂ ਜਾਣ ਸਕਦਾ। ਉਹਨਾਂ ਸੰਤਾਂ ਨੇ ਆਖਿਆ ਤਾਂ ਰਾਜਾ ਵੇਦਾਂ ਵਿੱਚ ਬਹੁਤ ਸ਼ਰਧਾ ਰੱਖਦਾ ਸੀ। ਜਦੋਂ ਰਾਜੇ ਨੇ ਇਹ ਤੁਕ ਸੁਣੀ ਕਿ ਸੰਤਾਂ ਦੀ ਮਹਿਮਾ ਬਹੁਤ ਬੇਅੰਤ ਹੈ, ਉਸ ਨੂੰ ਤਾਂ ਵੇਦ ਵੀ ਨਹੀਂ ਜਾਣ ਸਕਦਾ, ਤਾਂ ਫਿਰ ਉਸਨੇ ਬਹੁਤ ਜਿੱਦ ਕੀਤੀ ਤੇ ਕਿ ਇਹ ਗੱਲ ਠੀਕ ਨਹੀਂ ਬਣਦੀ, ਕਿਉਂਕਿ ਜੇ ਸਾਧ ਦੀ ਮਹਿਮਾ ਵੇਦ ਵੀ ਨਾ ਜਾਣਨਗੇ ਤਾਂ ਹੋਰ ਕੌਣ ਜਾਣ ਸਕੇਗਾ। ਸੰਤਾਂ ਨੇ ਰਾਜੇ ਦੇ ਹੱਟ ਕਰਨ ਤੇ ਕਿਹਾ, ਗੁਰੂ ਜੀ ਦੀ ਬਾਣੀ ਬਿਲਕੁਲ ਠੀਕ ਹੈ, ਇਹ ਕਦੇ ਗਲਤ ਨਹੀਂ ਹੋ ਸਕਦੀ। ਰਾਜਾ ਨੇ ਕਿਹਾ, ਕਿਵੇਂ ਠੀਕ ਹੈ? ਤਾਂ ਸੰਤਾਂ ਨੇ ਕਿਹਾ, ਇਸ ਤੁਕ ਦਾ ਅਰਥ ਠੀਕ ਤੇਰਾ ਪੁੱਤਰ ਹੀ ਤੈਨੂੰ ਸੁਣਾਵੇਗਾ। ਉਸ ਵੇਲੇ ਰਾਜੇ ਨੇ ਕਿਹਾ, ਮੇਰੇ ਘਰ ਤਾਂ ਕੋਈ ਸੰਤਾਨ ਹੀ ਨਹੀਂ, ਮੈਨੂੰ ਕਿਵੇਂ ਉੱਤਰ ਮਿਲੇਗਾ? ਸੰਤਾਨ ਵਾਸਤੇ ਤਾਂ ਮੈਂ ਬਹੁਤ ਵੇਦਾਂ ਅਨੁਸਾਰ ਯੱਗ ਕਰਾਏ, ਪਰ ਮੈਨੂੰ ਤਾਂ ਦੇਵਤਿਆਂ ਨੇ ਵੀ ਆਕਾਸ਼ਬਾਣੀ ਦੁਆਰਾ ਕਿਹਾ ਹੈ ਕਿ 7 ਜਨਮ ਤੱਕ ਤੇਰੇ ਘਰ ਸੰਤਾਨ ਨਹੀਂ ਹੋਏਗੀ। ਜੋਸ਼ੀਆਂ ਨੇ ਵੀ ਇਸੇ ਤਰ੍ਹਾਂ ਕਿਹਾ ਹੈ ਕਿ हे ਰਾਜਨ, ਤੇਰੇ ਕਰਮਾਂ ਵਿੱਚ 7 ਜਨਮ ਤੱਕ ਕੋਈ ਪੁੱਤਰ ਨਹੀਂ ਲਿਖਿਆ। ਤਾਂ ਫਿਰ ਆਪ ਨੇ ਕਿਸ ਤਰ੍ਹਾਂ ਕਹਿ ਦਿੱਤਾ ਕਿ ਤੇਰਾ ਪੁੱਤਰ ਹੀ ਤੈਨੂੰ ਇਸ ਗੱਲ ਦਾ ਜਵਾਬ ਦੇਵੇਗਾ? ਇਹ ਗੱਲ ਸੁਣ ਕੇ ਸੰਤਾਂ ਨੇ ਕਿਹਾ ਕਿ ਸਾਡੇ ਬਚਨ ਨਾਲ ਤੇਰੇ ਘਰ ਪੁੱਤਰ ਹੋਵੇਗਾ ਤੇ ਇਸ ਦਾ ਅਰਥ ਤੈਨੂੰ ਉਹੀ ਸਮਝਾਏਗਾ। ਰਾਜਾ ਇਹ ਗੱਲ ਸੁਣ ਕੇ ਬਹੁਤ ਹੈਰਾਨ ਹੋਇਆ ਤੇ ਖੁਸ਼ ਵੀ ਬਹੁਤ ਹੋਇਆ ਕਿ ਮਹਾਤਮਾ ਦੇ ਬਚਨ ਹੋਏ ਹਨ। ਇਸ ਤਰ੍ਹਾਂ ਕੁਝ ਸਮਾਂ ਪਾ ਕੇ ਮਹਾਤਮਾ ਦੇ ਬਚਨਾਂ ਅਨੁਸਾਰ ਰਾਜੇ ਦੇ ਘਰ ਲੜਕਾ ਪੈਦਾ ਹੋ ਗਿਆ। ਜੋਸ਼ੀਆਂ ਨੇ ਲਗਨ ਦੇਖਿਆ ਤੇ ਉਸ ਦੀ ਉਮਰ ਉਹਨਾਂ ਦੇ ਮੁਤਾਬਿਕ 11 ਸਾਲ 11 ਮਹੀਨੇ ਤੇ 11 ਦਿਨ ਦੱਸੀ। ਰਾਜੇ ਨੂੰ ਪੁੱਤਰ ਦੇ ਜਨਮ ਦੀ ਤਾਂ ਬਹੁਤ ਖੁਸ਼ੀ ਹੋਈ, ਪਰ ਉਸ ਦੀ ਇੰਨੀ ਥੋੜੀ ਉਮਰ ਸੁਣ ਕੇ ਦੁੱਖ ਵੀ ਬਹੁਤ ਹੋਇਆ। ਫਿਰ ਰਾਜੇ ਨੇ ਆਪਣੇ ਪੁੱਤਰ ਨੂੰ ਧਰਮ ਸ਼ਾਸਤਰ ਪੜ੍ਹਾਇਆ। ਸੰਤਾਂ ਦੇ ਗੁਣ ਪੁੱਤਰ ਨੇ ਜਦ ਪੜ੍ਹੇ ਸੁਣੇ ਤਾਂ ਉਸਦੇ ਮਨ ਵਿੱਚ ਸ਼ਰਧਾ ਹੋਈ ਕਿ ਸੰਤਾਂ ਦੀ ਸੇਵਾ ਕਰੇ। ਇਸ ਪ੍ਰਕਾਰ ਉਹ ਚੋਰੀ ਘਰੋਂ ਭੱਜ ਕੇ ਸੰਤਾਂ ਦੀ ਸੇਵਾ ਕਰਦਾ ਰਿਹਾ। ਉਸ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਸੰਤਾਂ ਨੇ ਉਸ ਨੂੰ ਵਰ ਦਿੱਤਾ ਕਿ ਲੰਮੀ ਉਮਰ ਵਾਲਾ ਹੋ। ਉਸ ਵੇਲੇ ਲੜਕੇ ਨੇ ਸੰਤਾਂ ਨੂੰ ਆਪਣੀ ਸਾਰੀ ਕਹਾਣੀ ਸੁਣਾਈ ਕਿ ਮੇਰੀ ਉਮਰ ਤਾਂ ਉਹਨਾਂ ਨੇ 11 ਸਾਲ 11 ਮਹੀਨੇ ਤੇ 11 ਦਿਨ ਦੱਸੀ ਹੈ, ਜੋਸ਼ੀਆਂ ਨੇ। ਪਰ ਜਦੋਂ ਉਹਨਾਂ ਸੰਤਾਂ ਨੇ ਕਿਹਾ ਕਿ ਸਾਡੇ ਵਾਰ ਨਾਲ ਤੇਰੀ ਉਮਰ 100 ਸਾਲ ਵੱਧ ਜਾਏਗੀ, ਯਾਨੀ ਕਿ ਹੁਣ ਤੇਰੀ ਉਮਰ ਹੋਏਗੀ 111 ਸਾਲ 11 ਮਹੀਨੇ ਤੇ 11 ਦਿਨ, ਤਾਂ ਸੰਤਾਂ ਨੇ ਵਾਰ ਦਿੱਤਾ ਤੇ ਉਹ ਲੜਕਾ 12 ਸਾਲ ਤੱਕ ਉੱਥੇ ਰਿਹਾ ਤੇ ਫਿਰ ਆਪਣੇ ਪਿਤਾ ਕੋਲ ਆ ਕੇ ਸੰਤਾਂ ਦੀ ਸਾਰੀ ਉਪਮਾ ਵਿਆਖਿਆ ਉਹਨੂੰ ਬਿਆਨ ਕੀਤੀ। ਤਾਂ ਕੀ ਸੰਤਾਂ ਨੇ ਖੁਸ਼ ਹੋ ਕੇ ਮੈਨੂੰ ਇੰਨੀ ਉਮਰ ਦਾ ਵਰ ਦਿੱਤਾ ਹੈ ਕਿ ਤੇਰੀ ਉਮਰ ਬਹੁਤ ਲੰਬੀ ਹੋਏਗੀ, 111 ਸਾਲ 100 ਸਾਲ ਵਧਾ ਦਿੱਤੇ ਹਨ ਮੇਰੀ ਉਮਰ ਵਿੱਚ, ਤੇ ਮੇਰੀ ਉਮਰ ਹੁਣ 111 ਸਾਲ 11 ਮਹੀਨੇ ਤੇ 11 ਦਿਨ ਦੀ ਕਰ ਦਿੱਤੀ ਹੈ। ਰਾਜੇ ਨੂੰ ਗੁਰੂ ਜੀ ਦੀ ਤੁਕ ਤੇ ਤਸੱਲੀ ਹੋ ਗਈ ਕਿ ਗੁਰੂ ਜੀ ਨੇ ਆਪਣੀ ਬਾਣੀ ਵਿੱਚ ਠੀਕ ਲਿਖਿਆ ਹੈ ਕਿ ਸੰਤਾਂ ਦੀ ਮਹਿਮਾ ਤਾਂ ਵੇਦ ਵੀ ਨਹੀਂ ਜਾਣ ਸਕਦਾ। ਤੇ ਉਸ ਤੋਂ ਬਾਅਦ ਉਹ ਸੰਤਾਂ ਦਾ ਸੇਵਕ ਬਣ ਗਿਆ ਤੇ ਆਪਣੇ ਰਾਜ ਵਿੱਚ ਵੀ ਪ੍ਰਜਾ ਪਾਸੋਂ ਸੰਤ ਸੇਵਾ ਕਰਵਾਉਂਦਾ ਰਿਹਾ।
ਤੇ ਇਸ ਤਰ੍ਹਾਂ ਇਹ ਸਾਖੀ ਇਹਨਾਂ ਅਸ਼ਟਪਦੀਆਂ ਦੀ ਇਹ ਲਾਈਨਾਂ ਤੇ ਠੀਕ ਢੁਕਦੀ ਹੈ ਕਿ ਸਾਧ ਕੀ ਮਹਿਮਾ ਬੇਦ ਨਾ ਜਾਣੇ, ਜੇਤਾ ਸੁਨੇ ਤੇਤਾ ਬਖਿਆਨੇ। ਕਿ ਸਾਧੂ ਦੀ ਮਹਿਮਾ ਵੇਦ ਵੀ ਨਹੀਂ ਜਾਣਦੇ, ਕਿਉਂਕਿ ਜਿਤਨਾ ਉਹਨਾਂ ਨੇ ਜਸ ਸੁਣਿਆ ਹੈ ਓਨਾ ਹੀ ਬਿਆਨ ਕਰਦੇ ਹਨ। ਸਾਧ ਕੀ ਉਪਮਾ ਤਹਿ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ। ਸਾਧੂ ਦੀ ਤਾਰੀਫ। ਤਹਿ ਗੁਣ ਤਿੰਨਾਂ ਗੁਣਾ, ਰਜੋ ਸਤੋ ਤਮੋ, ਇਹ ਤਿੰਨ ਗੁਣ ਹਨ, ਉਹਨਾਂ ਤੋਂ ਦੂਰ ਹੈ। ਸਾਧ ਕੀ ਉਪਮਾ ਤਹਿ ਗੁਣ ਤੇ ਦੂਰ, ਤਿੰਨ ਗੁਣਾ ਤੋਂ ਦੂਰ ਹੈ। ਸਾਧ ਕੀ ਉਪਮਾ ਰਹੀ ਭਰਪੂਰ, ਸਾਧੂ ਦੀ ਪ੍ਰਸ਼ੰਸਾ ਹਰ ਥਾਂ ਫੈਲੀ ਹੋਈ ਹੈ। ਸਾਧ ਕੀ ਸ਼ੋਭਾ ਕਾ ਨਾਹੀ ਅੰਤ, ਸਾਧ ਕੀ ਸ਼ੋਭਾ ਸਦਾ ਬੇਅੰਤ। ਸਾਧੂ ਦੀ ਸਿਫਤ ਦਾ ਭੇਦ ਨਹੀਂ ਪਾਇਆ ਜਾ ਸਕਦਾ, ਉਸਦੀ ਸ਼ੋਭਾ ਹਮੇਸ਼ਾ ਬੇਅੰਤ ਹੈ। ਸਾਧ ਕੀ ਸ਼ੋਭਾ ਕਾ ਨਾਹੀ ਅੰਤ, ਸਾਧ ਕੀ ਸ਼ੋਭਾ ਸਦਾ ਬੇਅੰਤ। ਸਾਧੂ ਦੀ ਸ਼ੋਭਾ ਸਦਾ ਬੇਅੰਤ ਹੈ। ਸਾਧ ਕੀ ਸ਼ੋਭਾ ਊਚ ਤੇ ਉੱਚੀ, ਸਾਧ ਕੀ ਸ਼ੋਭਾ ਮੂਚ ਤੇ ਮੂਚੀ। ਸਾਧੂ ਦੀ ਸ਼ੋਭਾ ਉੱਚੀ ਤੋਂ ਉੱਚੀ ਹੈ, ਊਚ ਤੋਂ ਉੱਚੀ। ਸਾਧ ਕੀ ਸ਼ੋਭਾ ਮੂਚ ਤੇ ਮੂਚੀ। ਸਾਧ ਕੀ ਸ਼ੋਭਾ ਵੱਡੀ ਤੋਂ ਵੱਡੀ ਹੈ, ਮੂਚ ਵੱਡੀ ਤੋਂ ਵੱਡੀ ਹੈ। ਸਾਧ ਕੀ ਸ਼ੋਭਾ ਸਾਧ ਬਨ ਆਈ, ਨਾਨਕ ਸਾਧ ਪ੍ਰਭ ਭੇਦ ਨਾ ਪਾਈ। ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ ਕਿ ਸਾਧੂ ਦੀ ਸ਼ੋਭਾ ਸਾਧੂ ਨੂੰ ਹੀ ਫੱਬਦੀ ਹੈ। ਸਾਧ ਕੀ ਸ਼ੋਭਾ ਸਾਧ ਬਣਾਈ, ਸਾਧੂ ਨੂੰ ਹੀ ਫੱਬਦੀ ਹੈ। ਨਾਨਕ ਸਾਧ ਪ੍ਰਭ ਭੇਦ ਨਾ ਪਾਈ, ਕਿਉਂਕਿ ਸਾਧੂ ਅਤੇ ਪ੍ਰਭੂ ਵਿੱਚ ਸਾਧ ਪ੍ਰਭ ਭੇਦ ਨਾ ਪਾਈ, ਸਾਧੂ ਅਤੇ ਪ੍ਰਭੂ ਵਿੱਚ ਕੋਈ ਫਰਕ ਨਹੀਂ। ਸ਼ਲੋਕ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੇ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਮਨ ਸਾਚਾ, ਜਿਸ ਦੇ ਮਨ ਵਿੱਚ ਸੱਚੇ ਪ੍ਰਭੂ ਦੀ ਯਾਦ ਟਿਕੀ ਹੋਈ ਹੈ। ਮਨ ਸਾਚਾ ਮੁਖ ਸਾਚਾ ਹੋਏ, ਤੇ ਮੂੰਹ ਵਿੱਚ ਸੱਚੇ ਪ੍ਰਭੂ ਦੀ ਸ਼ਲਾਘਾ ਹੁੰਦੀ ਹੈ। ਅਵਰ ਨਾ ਪੇਖੇ, ਪੇਖੇ ਜੋ ਦੇਖਦਾ ਨਹੀਂ, ਹੋਰ ਕਿਸੇ ਨੂੰ ਨਹੀਂ ਦੇਖਦਾ, ਜੋ ਉਸ ਇੱਕ ਪਰਮਾਤਮਾ ਤੋਂ ਇਲਾਵਾ। ਅਵਰ ਨਾ ਪੇਖੇ ਏਕਸ ਬਿਨ ਕੋਏ, ਉਸ ਪਰਮਾਤਮਾ ਤੋਂ ਇਲਾਵਾ ਹੋਰ ਕਿਸੇ ਨੂੰ ਨਹੀਂ ਦੇਖਦਾ। ਅਵਰ ਨਾ ਪੇਖੇ, ਕਿਸੇ ਹੋਰ ਨੂੰ ਨਹੀਂ ਦੇਖਦਾ। ਏਕਸ ਬਿਨ ਕੋਏ, ਉਸ ਪਰਮਾਤਮਾ ਤੋਂ ਇਲਾਵਾ, ਉਹ ਸਿਰਫ ਇੱਕ ਪਰਮਾਤਮਾ ਨੂੰ ਹੀ ਦੇਖਦਾ ਹੈ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ ਕਿ ਇਹ ਗੁਣ ਲੱਛਣ ਬ੍ਰਹਮ ਗਿਆਨੀ ਦੇ ਹੁੰਦੇ ਹਨ, ਕਿ ਉਸਦੇ ਮਨ ਵਿੱਚ ਪ੍ਰਭੂ ਦੀ ਯਾਦ ਟਿਕੀ ਹੁੰਦੀ ਹੈ ਤਾਂ ਉਸਨੂੰ ਹੋਰ ਕੁਝ ਨਹੀਂ ਦਿਖਦਾ, ਉਹ ਹੋਰ ਕਿਸੇ ਨੂੰ ਨਹੀਂ ਦੇਖਦਾ। ਉਸਦੇ ਦਿਲ ਵਿੱਚ ਉਹ ਪਰਮਾਤਮਾ ਹੀ ਵਸਿਆ ਹੁੰਦਾ ਹੈ, ਤਾਂ ਉਸਦੇ ਦਿਲ ਵਿੱਚ ਉਹ ਪਰਮਾਤਮਾ ਦੀ ਹੀ ਯਾਦ ਟਿਕੀ ਰਹਿੰਦੀ ਹੈ। ਅਸ਼ਟਪਦੀ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੇਂ ਕਮਲ ਅਲੇਪ। ਬ੍ਰਹਮ ਗਿਆਨੀ ਸਦਾ ਨਿਰਲੇਪ, ਮਾਇਆ ਤੋਂ ਸਦਾ ਨਿਰਲੇਪ ਰਹਿੰਦਾ ਹੈ। ਜੈਸੇ ਜਲ ਮੇਂ ਕਮਲ ਅਲੇਪ, ਜਿਸ ਤਰ੍ਹਾਂ ਪਾਣੀ ਵਿੱਚ ਕਮਲ ਦਾ ਫੁੱਲ ਚਿੱਕੜ ਤੋਂ ਸਾਫ਼ ਹੁੰਦਾ ਹੈ। ਜਿਵੇਂ ਕਮਲ ਦਾ ਫੁੱਲ ਸਾਨੂੰ ਪਤਾ ਹੈ ਚਿੱਕੜ ਵਿੱਚ ਹੀ ਹੁੰਦਾ ਹੈ, ਪਰ ਉਹ ਕਮਲ ਦਾ ਫੁੱਲ ਚਿੱਕੜ ਤੋਂ ਰਹਿਤ ਹੈ, ਚਿੱਕੜ ਵਿੱਚ ਹੋਣ ਦੇ ਬਾਵਜੂਦ ਵੀ ਉਹ ਸਾਫ਼ ਸੁਥਰਾ ਹੁੰਦਾ ਹੈ। ਉਸੇ ਤਰ੍ਹਾਂ ਬ੍ਰਹਮ ਗਿਆਨੀ ਦੀ ਵੀ ਉਸ ਦੇ ਨਾਲ ਸਿਮਿਲੈਰਿਟੀ ਕਰਦੇ ਹੋਏ ਦੱਸਦੇ ਹਨ ਕਿ ਬ੍ਰਹਮ ਗਿਆਨੀ ਵੀ ਉਸ ਕਮਲ ਦੇ ਫੁੱਲ ਵਾਂਗ ਹੈ, ਜੋ ਇਸ ਮਾਇਆ ਵਿੱਚ ਹੁੰਦੇ ਹੋਏ ਵੀ ਸਦਾ ਨਿਰਲੇਪ ਰਹਿੰਦਾ ਹੈ, ਮਾਇਆ ਰੂਪੀ ਚਿੱਕੜ ਤੋਂ ਵੀ ਦੂਰ ਰਹਿੰਦਾ ਹੈ। ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੋਖ। ਬ੍ਰਹਮ ਗਿਆਨੀ ਸਦਾ ਹੀ ਪੱਖਪਾਤ ਤੋਂ ਬਚਿਆ ਰਹਿੰਦਾ ਹੈ। ਬ੍ਰਹਮ ਗਿਆਨੀ ਸਦਾ ਨਿਰਦੋਖ, ਸਦਾ ਹੀ ਪੱਖਪਾਤ ਤੋਂ ਬਚਿਆ ਰਹਿੰਦਾ ਹੈ। ਜੈਸੇ ਸੂਰ ਸਰਬ ਕੋ ਸੋਖ, ਜਿਸ ਤਰ੍ਹਾਂ ਸੂਰਜ ਹਰ ਥਾਂ ਨੂੰ ਗਰਮੀ ਪਹੁੰਚਾਉਂਦਾ ਹੈ। ਸੂਰ ਸਰਬ ਕੋ ਸੋਖ, ਸੂਰ ਸੂਰਜ, ਸਰਬ ਕੋ ਸਾਰਿਆਂ ਨੂੰ, ਸੋਖ ਗਰਮੀ ਪਹੁੰਚਾਉਂਦਾ। ਜਿਵੇਂ ਸੂਰਜ ਦਾ ਕੰਮ ਹੈ ਹਰ ਕਿਸੇ ਨੂੰ ਗਰਮੀ ਦੇਣਾ, ਉਸੇ ਤਰ੍ਹਾਂ ਹੀ ਬ੍ਰਹਮ ਗਿਆਨੀ ਵੀ ਦੀ ਦ੍ਰਿਸ਼ਟੀ ਵਿੱਚ ਕੋਈ ਪੱਖਪਾਤ ਨਹੀਂ ਹੁੰਦਾ। ਬ੍ਰਹਮ ਗਿਆਨੀ ਕੇ ਦਿਸ਼ਟ ਸਮਾਨ, ਜੈਸੇ ਰਾਜ ਰੰਕ ਕੋ ਲਾਗੇ ਤੁਲ ਪਵਾਨ। ਬ੍ਰਹਮ ਗਿਆਨੀ ਹਰੇਕ ਨੂੰ ਇੱਕੋ ਜਿਹੀ ਨਜ਼ਰ ਦੇ ਨਾਲ ਦੇਖਦਾ ਹੈ। ਬ੍ਰਹਮ ਗਿਆਨੀ ਸਾਰਿਆਂ ਨੂੰ ਇੱਕੋ ਜਿਹੀ ਨਜ਼ਰ ਦੇ ਨਾਲ ਦੇਖਦਾ ਹੈ। ਜਿਸ ਤਰ੍ਹਾਂ ਅਮੀਰ, ਜੈਸੇ ਰਾਜ ਰੰਕ, ਰਾਜਾ ਅਮੀਰ, ਰੰਕ ਕੰਗਾਲ, ਜਿਵੇਂ ਅਮੀਰ ਤੇ ਗਰੀਬ ਨੂੰ
ਲਾਗੇ ਤੁਲ ਪਵਾਨ, ਹਵਾ ਪਵਾਨ ਹਵਾ, ਜਿਵੇਂ ਹਵਾ ਸਾਰਿਆਂ ਨੂੰ ਇੱਕੋ ਜਿਹੀ ਹਾਸਲ ਹੁੰਦੀ ਹੈ, ਚਾਹੇ ਉਹ ਅਮੀਰ ਹੈ ਚਾਹੇ ਉਹ ਗਰੀਬ ਹੈ, ਉਸੇ ਤਰ੍ਹਾਂ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਵਿੱਚ ਵੀ ਸਾਰੇ ਇੱਕ ਸਮਾਨ ਹਨ। ਅਸ਼ਟਪਦੀ ਦੀਆਂ ਇਹਨਾਂ ਲਾਈਨਾਂ ਨੂੰ ਵਿਆਖਿਆ ਕਰਦੀ ਇੱਕ ਸਾਖੀ ਹੈ ਮੁਦਾਦ ਸ਼ਿਲਾ ਦੀ। ਸ਼ਿਲਾ ਇੱਕ ਪੱਥਰ ਹੈ। ਮੁਦਾਦ ਸ਼ਿਲਾ ਇੱਕ ਸ਼ੁੱਧ ਪੱਥਰ ਹੈ ਜਿਸ ਦੇ ਵਿੱਚੋਂ ਮੂੰਹ ਦਾ ਪਰਛਾਵਾਂ ਦਿਸਦਾ ਸੀ। ਇਹ ਪੱਥਰ ਜੰਗਲ ਵਿੱਚ ਪਈ ਹੋਈ ਸੀ। ਇਹ ਮੁਦਾਦ ਸ਼ਿਲਾ ਨਾਮ ਦੀ ਪੱਥਰ ਜੰਗਲ ਵਿੱਚ ਪਈ ਹੋਈ ਸੀ ਤੇ ਉਸ ਵਿੱਚੋਂ ਸਾਰੇ ਜਾਨਵਰ ਪੰਛੀ ਆਪਣਾ ਮੂੰਹ ਦੇਖ ਕੇ ਖੁਸ਼ ਹੁੰਦੇ ਸਨ। ਮੁਦਾਦ ਸ਼ਿਲਾ ਵਿੱਚ ਸਭ ਦੇ ਮੁਖ ਦਾ ਮਤਲਬ ਸਾਰਿਆਂ ਨੂੰ ਆਪਣਾ ਚਿਹਰਾ ਦਿਖਦਾ ਸੀ, ਸਾਰੇ ਆਪਣਾ ਮੁਖ ਦੇਖਦੇ ਸਨ। ਇੱਕ ਦਿਨ ਮੁਦਾਦ ਸ਼ਿਲਾ ਨੇ ਸੋਚਿਆ, ਉਹ ਪੱਥਰ ਜੋ ਹੈ, ਪੱਥਰ ਦਾ ਨਾਮ ਹੈ ਮੁਦਾਦ ਸ਼ਿਲਾ, ਉਸਨੇ ਸੋਚਿਆ ਕਿ ਮੈਂ ਵੀ ਕਿਸੇ ਨੂੰ ਆਪਣਾ ਦੋਸਤ ਬਣਾਵਾਂ। ਤਾਂ ਉਸਨੇ ਸਾਰੇ ਪਸ਼ੂ ਪੰਛੀਆਂ ਦੇ ਗੁਣ ਦੋਸ਼ਾਂ ਬਾਰੇ ਵਿਚਾਰ ਕੇ ਦੇਖਿਆ। ਫਿਰ ਅੰਤ ਵਿੱਚ ਉਸਨੇ ਸੋਚਿਆ ਕਿ ਮੋਰ ਨੂੰ ਮੈਂ ਆਪਣਾ ਸੱਜਣ ਮਿੱਤਰ ਬਣਾਵਾਂ, ਕਿ ਮੋਰ ਜੋ ਹੈ ਉਹ ਬੱਦਲਾਂ ਨੂੰ ਦੇਖ ਕੇ ਬਹੁਤ ਖੁਸ਼ ਹੁੰਦਾ ਹੈ, ਪੈਲਾਂ ਪਾਉਂਦਾ ਹੈ, ਉਸਦੇ ਖੰਭ ਵੀ ਸੁੰਦਰਤਾ ਹੈ ਕਿਉਂਕਿ ਉਸਨੂੰ ਪ੍ਰੇਮ ਦੀ ਕਦਰ ਹੈ। ਉਹ ਇੱਕ ਚੰਗਾ ਪ੍ਰੇਮੀ ਹੈ ਕਿਉਂਕਿ ਬੱਦਲ ਜਦੋਂ ਆਉਂਦੇ ਹਨ ਤਾਂ ਉਹ ਨੱਚਦਾ ਹੈ, ਤਾਂ ਉਸਨੂੰ ਬੱਦਲਾਂ ਦੀ ਕਦਰ ਹੈ। ਤਾਂ ਉਸਨੇ ਸੋਚਿਆ ਮੈਂ ਮੋਰ ਨੂੰ ਹੀ ਆਪਣਾ ਪ੍ਰੀਤਮ ਬਣਾਵਾਂ ਤੇ ਮੋਰ ਦਾ ਹੀ ਮੈਂ ਧਿਆਨ ਧਰਾਂ। ਇਸ ਤਰ੍ਹਾਂ ਉਸਦਾ ਧਿਆਨ, ਮੋਰ ਦਾ ਹੀ ਖਿਆਲ ਉਸਦੇ ਹਰ ਟਾਈਮ ਉਸਦੇ ਮਨ ਵਿੱਚ ਹੁੰਦਾ ਸੀ। ਇਸ ਕਰਕੇ ਹੁਣ ਕੀ ਹੋਇਆ ਕਿ ਜਦੋਂ ਵੀ ਕੋਈ ਜਾਨਵਰ ਪੰਛੀ ਆਪਣਾ ਮੂੰਹ ਦਿਖਦਾ, ਉਸਨੂੰ ਆਪਣਾ ਪਰਛਾਵਾਂ ਨਹੀਂ ਦਿਖਦਾ ਸੀ, ਉਸਨੂੰ ਮੋਰ ਹੀ ਦਿਖਦਾ ਸੀ। ਜਿਹੜਾ ਵੀ ਹੁਣ ਪੰਛੀ ਆਂਦਾ ਦੇਖਣ 'ਚ, ਕਿਉਂਕਿ ਉਸਦੇ ਮਨ ਵਿੱਚ ਸਿਰਫ ਮੋਰ ਨੇ ਆਪਣੀ ਜਗ੍ਹਾ ਬਣਾ ਲਈ ਸੀ, ਉਸਦੇ ਧਿਆਨ ਵਿੱਚ ਸਿਰਫ ਮੋਰ ਸੀ। ਇਸ ਕਰਕੇ ਜਦੋਂ ਵੀ ਕੋਈ ਆਪਣਾ ਪਰਛਾਵਾਂ ਦੇਖਦਾ ਉਸਨੂੰ ਮੋਰ ਹੀ ਦਿਖਦਾ ਸੀ। ਤਾਂ ਉਹ ਫਿਰ ਸਾਰੇ ਪੰਛੀਆਂ ਨੇ ਮੋਰ ਨੂੰ ਜਾ ਕੇ ਦੱਸਿਆ ਕਿ ਅਸੀਂ ਦੱਸ ਕੇ ਆਈਏ ਕਿ ਤੇਰੀ ਉਹ ਪ੍ਰੇਮਨ ਹੈ, ਉਹ ਪੱਥਰ ਜੋ ਹੈ ਮੁਦਾਦ ਸ਼ਿਲਾ ਨਾਂ ਦਾ ਪੱਥਰ ਜੋ ਤੇਰੀ ਪ੍ਰੇਮਨ ਹੈ, ਤੇ ਉਸਨੂੰ ਜਾ ਕੇ ਅਸੀਂ ਖਬਰ ਦਈਏ ਮੋਰ ਨੂੰ। ਤਾਂ ਉਹਨਾਂ ਨੇ ਮੋਰ ਨੂੰ ਕਿਹਾ ਕਿ ਮੁਦਾਦ ਸ਼ਿਲਾ ਤੇਰੀ ਪ੍ਰੇਮਨ ਹੈ। ਤੇ ਇਹ ਗੱਲ ਸੁਣ ਕੇ ਮੋਰ ਜੋ ਹੈ ਉਸਦੇ ਸਾਹਮਣੇ ਆਇਆ ਤਾਂ ਉਹ ਪ੍ਰੇਮ ਨਾਲ ਹੀ ਪਿਘਲ ਕੇ ਪਾਣੀ ਰੂਪ ਹੋ ਗਈ ਤੇ ਮੋਰ ਨੇ ਝੱਟ ਉਸਨੂੰ ਪਾਣੀ ਨੂੰ ਪੀ ਲਿਆ ਤੇ ਉਸਨੂੰ ਆਪਣੇ ਨਾਲ ਹੀ ਅਭੇਦ ਕਰ ਲਿਆ। ਉਹ ਉਸਦੇ ਮੋਰ ਦੇ ਨਾਲ ਹੀ ਅਭੇਦ ਹੋ ਗਈ ਜਾਂ ਉਸਦੇ ਨਾਲ ਹੀ ਘੁਲ ਮਿਲ ਗਈ ਉਸਦੇ ਅੰਦਰ। ਤਾਂ ਇਸ ਤਰ੍ਹਾਂ ਇਹ ਸਾਖੀ ਦੱਸ ਰਹੀ ਹੈ ਕਿ ਬ੍ਰਹਮ ਗਿਆਨੀ ਦੀ ਬੁੱਧੀ ਵੀ ਉਸਨੇ ਸਭ ਨੂੰ ਛੱਡ ਦਿੱਤਾ ਹੈ। ਸਾਰੇ ਸੰਸਾਰਿਕ ਜੋ ਕਾਰ ਵਿਹਾਰ ਹੈ ਉਹਨਾਂ ਤੋਂ ਨਿਕਲ ਕੇ ਨਿਰਲੇਪ ਹੈ। ਉਸਦੇ ਵਿਚਾਰ ਵਿੱਚ ਇੱਕ ਬ੍ਰਹਮ ਹੀ ਨਿਰਦੋਸ਼ ਹੈ, ਉਹ ਬ੍ਰਹਮ ਤੇ ਹੀ ਆਸ਼ਰਿਤ ਹੋ ਗਈ ਹੈ ਤੇ ਸਾਰਿਆਂ ਨੂੰ ਬ੍ਰਹਮ ਰੂਪ ਕਰਕੇ ਹੀ ਦੇਖਦੀ ਹੈ, ਚਾਹੇ ਕੋਈ ਮਾੜਾ ਹੈ ਕੋਈ ਚੰਗਾ ਹੈ। ਪਰ ਜਿਸ ਤਰ੍ਹਾਂ ਉਹ ਮੁਦਾਦ ਸ਼ਿਲਾ ਨੇ ਜਦੋਂ ਆਪਣੇ ਮਨ ਵਿੱਚ ਉਸ ਮੋਰ ਦਾ ਹੀ ਧਿਆਨ ਕੀਤਾ ਤੇ ਉਸਨੂੰ ਹੋਰ ਜਦੋਂ ਕੋਈ ਦੂਸਰਾ ਪਰਛਾਵਾਂ ਦੇਖਣ ਆਉਂਦਾ ਸੀ ਉਸਨੂੰ ਹੋਰ ਕਿਸੇ ਦਾ ਪਰਛਾਵਾਂ ਨਹੀਂ ਸੀ ਦਿਖਦਾ, ਸਿਰਫ ਮੋਰ ਦਾ ਹੀ ਪਰਛਾਵਾਂ ਦਿਖਦਾ ਸੀ। ਇਸੇ ਤਰ੍ਹਾਂ ਬ੍ਰਹਮ ਗਿਆਨੀ ਨੇ ਵੀ ਆਪਣੇ ਸੰਸਾਰਿਕ ਕਾਰ ਵਿਹਾਰ ਨੂੰ ਤੋਂ ਨਿਰਲੇਪ ਹਨ। ਉਸਨੇ ਇੱਕ ਬ੍ਰਹਮ ਗਿਆਨ ਆਪਣੇ ਦਿਲ ਵਿੱਚ ਪਰਮਾਤਮਾ ਨੂੰ ਦੀ ਯਾਦ ਟਿਕੀ ਹੁੰਦੀ ਹੈ ਤੇ ਉਹ ਸਾਰਿਆਂ ਨੂੰ ਬ੍ਰਹਮ ਰੂਪ ਵਿੱਚ ਹੀ ਦੇਖਦੀ। ਬ੍ਰਹਮ ਗਿਆਨੀ ਦੀ ਬੁੱਧੀ ਇਸ ਤਰ੍ਹਾਂ ਦੀ ਹੋ ਗਈ ਹੈ ਉਸ ਪੱਥਰ ਦੀ ਮੁਦਾਦ ਸ਼ਿਲਾ ਵਾਂਗੂ ਕਿ ਉਸਨੇ ਬ੍ਰਹਮ ਰੂਪ ਨੂੰ ਹੀ ਇੱਕ ਆਪਣੇ ਮਨ ਵਿੱਚ ਵਸਾ ਲਿਆ ਹੈ ਤੇ ਉਸਨੂੰ ਸਾਰਿਆਂ ਨੂੰ ਉਹ ਬ੍ਰਹਮ ਰੂਪ ਕਰਕੇ ਹੀ ਦੇਖਦੀ ਹੈ। ਬ੍ਰਹਮ ਗਿਆਨੀ ਕੇ ਦ੍ਰਿਸ਼ਟ ਸਮਾਨ, ਉਸਨੂੰ ਹਰੇਕ ਨੂੰ ਇੱਕੋ ਜਿਹੀ ਨਜ਼ਰ ਦੇ ਨਾਲ ਹੀ ਦੇਖਦੀ ਹੈ। ਬ੍ਰਹਮ ਗਿਆਨੀ ਹਰੇਕ ਨੂੰ ਇੱਕੋ ਜਿਹੀ ਨਜ਼ਰ ਨਾਲ ਹੀ ਵੇਖਦਾ ਹੈ, ਜੈਸੇ ਰਾਜ ਰੰਗ ਕੋ ਲਾਗੇ ਤੁਲ ਪਵਾਨ। ਬ੍ਰਹਮ ਗਿਆਨੀ ਕੈ ਧੀਰਜ ਏਕ, ਜਿਉ ਬਸੁਧਾ ਕੋ ਖੋਦੇ ਕੋ ਚੰਦਨ ਲੇਪ। ਬ੍ਰਹਮ ਗਿਆਨੀ ਦੇ ਅੰਦਰ ਹੌਸਲਾ ਕਾਇਮ ਰਹਿੰਦਾ ਹੈ, ਧੀਰਜ। ਬ੍ਰਹਮ ਗਿਆਨੀ ਦੇ ਅੰਦਰ ਹੌਸਲਾ ਕਾਇਮ ਰਹਿੰਦਾ ਹੈ। ਜਿਉ ਬਸੁਧਾ ਕੋ ਖੋਦੇ, ਜਿਸ ਤਰ੍ਹਾਂ ਕੋਈ ਤਾਂ ਧਰਤੀ ਨੂੰ ਪੁੱਟਦਾ ਹੈ। ਜਿਉ ਬਸੁਧਾ ਹੁੰਦੀ ਹੈ ਧਰਤੀ, ਜਿਵੇਂ ਕੋਈ ਧਰਤੀ ਨੂੰ ਕੋਈ ਖੋਦਦਾ ਹੈ। ਕੋ ਚੰਦਨ ਲੇਪ, ਤਾਂ ਕੋਈ ਧਰਤੀ ਦੇ ਉੱਤੇ ਚੰਦਨ ਦਾ ਲੇਪ ਕਰਦਾ ਹੈ ਤੇ ਧਰਤੀ ਨੂੰ ਤਾਂ ਕੋਈ ਪਰਵਾਹ ਨਹੀਂ, ਚਾਹੇ ਉਸਨੂੰ ਕੋਈ ਪੁੱਟੇ ਚਾਹੇ ਉਸ 'ਤੇ ਕੋਈ ਚੰਦਨ ਦਾ ਲੇਪ ਕਰੇ, ਉਹ ਸਾਰਿਆਂ ਲਈ ਇੱਕੋ ਜਿਹੀ ਹੈ। ਉਸੇ ਤਰ੍ਹਾਂ ਬ੍ਰਹਮ ਗਿਆਨੀ ਦੇ ਅੰਦਰ ਵੀ ਇੱਕ ਹੌਸਲਾ ਕਾਇਮ ਰਹਿੰਦਾ ਹੈ।
ਉਸ ਧਰਤੀ ਦੀ ਤਰ੍ਹਾਂ, ਚਾਹੇ ਕੋਈ ਉਸ ਨੂੰ ਖੋਦੇ, ਚਾਹੇ ਉਸਦਾ ਕੋਈ ਲੇਪ ਕਰੇ, ਪਰ ਬ੍ਰਹਮ ਗਿਆਨੀ ਦੇ ਅੰਦਰ ਵੀ ਉਸ ਧਰਤੀ ਵਾਂਗ ਹੌਸਲਾ ਟਿਕਿਆ ਰਹਿੰਦਾ ਹੈ। ਬ੍ਰਹਮ ਗਿਆਨੀ ਕਾ ਇਹ ਗੁਨਾਓ, ਨਾਨਕ ਜਿਉ ਪਾਵਕ ਕਾ ਸਹਿਜ ਸੁਭਾਓ। ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ ਕਿ ਬ੍ਰਹਮ ਗਿਆਨੀ ਦਾ ਇਹ ਵੱਡਾ ਗੁਣ ਹੈ, ਗੁਣ ਬ੍ਰਹਮ ਗਿਆਨੀ ਦਾ ਇਹ ਵੱਡਾ ਗੁਣ ਹੈ, ਨਾਨਕ ਜਿਉ ਪਾਵਕ ਕਾ ਸਹਿਜ ਸੁਭਾਓ। ਜਿਵੇਂ ਅੱਗ ਦਾ ਕੁਦਰਤੀ ਸੁਭਾਅ ਹੈ। ਅੱਗ ਦਾ ਕੀ ਸੁਭਾਅ ਹੈ? ਚਾਨਣ ਤੇ ਸੇਕ ਦੇਣਾ। ਤੇ ਬ੍ਰਹਮ ਗਿਆਨੀ ਦਾ ਵੀ ਇਹ ਇੱਕ ਵੱਡਾ ਗੁਣ ਹੈ। ਜਿਵੇਂ ਸਾਰਿਆਂ ਦੇ ਵਿੱਚ ਇੱਕ ਗੁਣ ਹੈ, ਇਹ ਬ੍ਰਹਮ ਗਿਆਨੀ ਦਾ ਵੀ ਇੱਕ ਗੁਣ ਹੈ ਕਿ ਉਹ ਸਭ ਤੋਂ ਨਿਰਲੇਪ ਹੈ, ਸਾਰਿਆਂ ਨੂੰ ਇੱਕ ਸਮਾਨ ਸਮਝਦਾ ਹੈ। ਉਹ ਇਸ ਸੰਸਾਰ ਦੇ ਵਿੱਚ ਰਹਿ ਕੇ ਵੀ ਕਮਲ ਵਾਂਗ ਬਹੁਤ ਹੀ ਸ਼ੁੱਧ ਹੈ, ਅਲੇਪ ਹੈ, ਕਮਲ ਵਾਂਗ ਇਸ ਚਿੱਕੜ ਤੋਂ ਬਚਿਆ ਹੋਇਆ ਹੈ। ਤਾਂ ਉਹ ਸਾਰਿਆਂ ਨੂੰ ਇੱਕ ਦ੍ਰਿਸ਼ਟੀ ਨਾਲ ਦੇਖਦਾ ਹੈ। ਤੋ ਇਸ ਤਰ੍ਹਾਂ ਇਹਨਾਂ ਅਸ਼ਟਪਦੀਆਂ ਵਿੱਚ ਗੁਰੂ ਸਾਹਿਬ ਜੀ ਫਰਮਾ ਰਹੇ, ਬ੍ਰਹਮ ਗਿਆਨੀ ਦੀ ਸ਼ਲਾਘਾ ਕਰ ਰਹੇ ਹਨ ਕਿ ਬ੍ਰਹਮ ਗਿਆਨੀ ਜੋ ਹੈ ਉਸ ਦੇ ਮਨ ਵਿੱਚ ਸੱਚੇ ਪ੍ਰਭੂ ਦੀ ਯਾਦ ਟਿਕੀ ਰਹਿੰਦੀ ਹੈ। ਉਹ ਆਪਣੇ ਯਾਦਾਂ ਵਿੱਚ, ਆਪਣੇ ਮਨ ਵਿੱਚ ਪ੍ਰਭੂ ਦੀ ਸ਼ਲਾਘਾ ਕਰਦਾ ਰਹਿੰਦਾ ਹੈ ਤੇ ਉਸ ਨੂੰ ਪਰਮਾਤਮਾ ਤੋਂ ਇਲਾਵਾ ਹੋਰ ਕੋਈ ਨਹੀਂ ਦਿਸਦਾ। ਤੇ ਇਹ ਗੁਣ ਲੱਛਣ ਸਿਰਫ ਬ੍ਰਹਮ ਗਿਆਨੀ ਦੇ ਹੀ ਹੁੰਦੇ ਹਨ। ਤੇ ਇਹ ਸਾਰੀ ਅਸ਼ਟਪਦੀਆਂ ਵਿੱਚ ਗੁਰੂ ਸਾਹਿਬ ਜੀ ਨੇ ਬ੍ਰਹਮ ਗਿਆਨੀ ਦੀ ਸਿਫਤ ਕੀਤੀ ਹੈ। ਅੱਜ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ। ਅੱਗੇ ਅਸੀਂ ਕੱਲ੍ਹ ਤੋਂ ਕੰਟੀਨਿਊ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।